ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਾਹਿਬ ਕਮਾਲ। ਵਾਲੀਏ ਕੁਲ ਆਲਮ, ਚਵਰ ਛਤਰ ਤਥਾ ਵਕਤ ਦੇ ਮਾਲਕ। ਗੁਰਬਾਣੀ ਇਸ ਜਗ ਮਹਿ ਚਾਨਣ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਵਿਚਾਰਾਂ ਰਾਹੀਂ ਸੁਣ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਵਡਭਾਗੇ ਹਾਂ ਕਿ ਸਤਿਗੁਰਾਂ ਜੀ ਦੇ ਸ਼ਬਦ ਦੇ ਵਿੱਚੋਂ ਦਰਸ਼ਨ ਦੀਦਾਰੇ ਕਰ ਜੀਵਨ ਸਫਲਾ ਕਰ ਰਹੇ ਹਾਂ। ਆਓ ਭਾਗ ਦੂਜਾ ਲੜੀਵਾਰ ਵਿਚਾਰ ਦੇ ਵਿੱਚ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਸਿੱਧ ਗੋਸ਼ਟ ਬਾਰੇ ਜੋ ਜਾਣਕਾਰੀ ਹੈ, ਵੇਰਵਾ ਹੈ, ਉਹਦੇ ਬਾਰੇ ਗੱਲ ਕਰ ਰਹੇ ਸੀ। ਜਿੱਥੇ ਆਪਾਂ ਤਿੰਨ ਵਾਰਾਂ ਦੇ ਵਿੱਚੋਂ ਸਤਿਗੁਰਾਂ ਦੇ ਬਾਰੇ ਤੇ ਸਿੱਧਾਂ ਬਾਰੇ ਭਾਈ ਗੁਰਦਾਸ ਜੀ ਦੀ ਵਿਚਾਰ ਸੰਖੇਪ ਦੇ ਵਿੱਚ ਆਪਾਂ ਵਾਰਾਂ ਦੀ ਕੀਤੀ ਹੈ। ਆਓ ਅਗਲੀ ਪੌੜੀ ਹੈ ਭਾਈ ਗੁਰਦਾਸ ਜੀ ਦੀ ਵਾਰ ਦੀ 41 ਨੰਬਰ ਪੌੜੀ, ਵਾਰ ਨੰਬਰ 1 ਦੇ ਵਿੱਚੋਂ। ਇਹ ਸੁਣ ਬਚਨ ਜੋਗੀਸਰਾਂ, ਮਾਰ ਕਿਲਕ ਬਹੁ ਰੋਏ ਉਠਾਈ। ਖਟ ਦਰਸ਼ਨ ਕਉ ਖੇਦਿਆ, ਕਲ ਜੁਗ ਨਾਨਕ ਬੇਦੀ ਆਈ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਬਾਬਾ ਜੀ ਦਾ ਇਹ ਬਚਨ ਸੁਣ ਕੇ ਜੋਗੀਆਂ ਨੇ ਬੜਕ ਮਾਰੀ, ਭਬਕ ਮਾਰੀ ਤੇ ਆਪਣੇ ਅੰਦਰੋਂ ਉਹਨਾਂ ਨੇ ਕਰਾਮਾਤਾਂ ਜਗਾ ਲਈਆਂ। ਵਿਦਵਾਨਾਂ ਨੇ ਅਰਥ ਕਈ ਥਾਵਾਂ ਉੱਤੇ ਰੂਹਾਂ ਉਠਾਈਆਂ ਵੀ ਕੀਤਾ ਹੈ। ਕਹਿੰਦੇ 6 ਦਰਸ਼ਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਕਲਯੁਗ ਦੇ ਵਿੱਚ ਨਿਖੇਧ ਦਿੱਤਾ ਹੈ। ਉਹਨਾਂ ਨੂੰ ਗੁੱਸਾ ਆਇਆ ਵੀ ਜਿਹੜੀ ਖਟ ਦਰਸ਼ਨਾਂ 6 ਦਰਸ਼ਨਾਂ ਦੀ ਗੱਲ ਜੋਗ ਮਤ ਦੇ ਵਿੱਚ ਕੀਤੀ ਗਈ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਠੁਕਰਾ ਦਿੱਤਾ ਹੈ। ਭਾਵ ਕਿ ਸੰਸਾਰ ਤੇ ਆਇਆ ਹੋਇਆ ਹਰੇਕ ਮਨੁੱਖ ਗ੍ਰਸਤੀ ਪ੍ਰਧਾਨ ਮਨੁੱਖ ਹੈ, ਸੋ ਘਰ-ਬਾਰ ਤਿਆਗਣ ਨੂੰ ਗੁਰਮਤ ਦੇ ਫਲਸਫੇ ਨੇ ਕਦੇ ਵੀ ਪ੍ਰਵਾਨਗੀ ਨਹੀਂ ਦਿੱਤੀ। ਸਿੱਧ ਬੋਲਣ ਸਭ ਅਵਖ ਦੀਆਂ, ਤੰਤਰ ਮੰਤਰ ਕੀ ਧੁਨੋਂ ਚੜਾਈ। ਰੂਪ ਬਟਾਏ ਜੋਗੀਆਂ, ਸਿੰਘ ਬਾਗ ਬਹੁ ਚਲਤ ਦਿਖਾਈ। ਕਹਿੰਦੇ ਸਿੱਧਾਂ ਨੇ ਮੰਤਰ ਤੰਤਰਾਂ ਦੀਆਂ ਆਵਾਜ਼ਾਂ ਲਾ ਕੇ ਆਪਣੀਆਂ ਜਿਹੜੀਆਂ ਕਰਾਮਾਤੀ ਤਾਕਤਾਂ ਸੀ, ਰਿੱਧੀਆਂ ਸਿੱਧੀਆਂ ਸੀ, ਉਹਨਾਂ ਨੂੰ ਜਗਾ ਲਿਆ, ਭਾਵ ਕਿ ਪ੍ਰਗਟ ਕਰ ਲਿਆ। ਤੇ ਕੀਤਾ ਕੀ ਫਿਰ? ਕਹਿੰਦੇ ਕੋਈ ਸ਼ੇਰ ਬਣ ਗਿਆ, ਬਾਘ, ਸਿੰਘ, ਬਾਘ ਦਾ ਅਰਥ ਹੈ ਬਘਿਆੜ, ਸਿੰਘ ਦਾ ਅਰਥ ਹੈ ਸ਼ੇਰ। ਕਹਿੰਦੇ ਆਦਿਕ ਰੂਪ ਬਟਾ ਬਟਾ ਕੇ ਜੋਗੀਆਂ ਨੇ ਕਈ ਕੌਤਕ ਕੀਤੇ ਵੀ ਅਸੀਂ ਆਹ ਕੁਝ ਕਰ ਸਕਦੇ ਹਾਂ। ਅੱਗੇ ਲਿਖਦੇ ਨੇ ਭਾਈ ਗੁਰਦਾਸ ਜੀ, ਕਹਿੰਦੇ ਇੱਕ ਪਰ ਕਰਕੇ ਉੱਡਰਨ ਪੰਖੀ, ਜਿਵੇਂ ਰਹੇ ਲਿਲਾਈ।
ਕਹਿੰਦੇ ਕਈ ਜੋਗੀ, ਇੱਕ ਜੋਗੀ ਖੰਭ ਲਾ ਕੇ ਉੱਡਣ ਲੱਗ ਪਏ। ਕਈ ਜੋਗੀ ਸੀ ਜਿਹੜੇ ਜਿਵੇਂ ਪੰਛੀ ਆਕਾਸ਼ ਦੇ ਵਿੱਚ ਤਾਰੀਆਂ ਲਾਉਂਦਾ ਹੋਵੇ, ਜਿਵੇਂ ਪੰਛੀ ਉੱਡਦਾ ਏ ਆਕਾਸ਼ ਦੇ ਵਿੱਚ, ਕਹਿੰਦੇ ਉਵੇਂ ਕਈ ਜੋਗੀ ਖੰਭ ਲਾ ਕੇ ਉੱਡਣ ਲੱਗ ਪਏ। ਇੱਕ ਨਾ ਨਾਗ ਹੋਏ ਪੌਣ ਛੋੜਿਆ, ਇੱਕ ਨਾ ਵਰਖਾ ਅਗਨ ਵਸਾਈ। ਕਹਿੰਦੇ ਕਈ ਸੱਪ ਹੋ ਕੇ ਫਕਾਰੇ ਮਾਰਨ ਲੱਗ ਪਏ, ਜਿਵੇਂ ਸੱਪ ਫਕਾਰਾ ਮਾਰਦਾ ਹੁੰਦਾ, ਇੱਦਾਂ ਸੱਪ ਬਣ ਕੇ ਫਕਾਰੇ ਮਾਰਨ ਲੱਗ ਪਏ, ਡਰਾਉਣ ਲੱਗ ਪਏ। ਇੱਕਨਾਂ ਨੇ, ਕਹਿੰਦੇ ਕਈਆਂ ਨੇ ਵਰਖਾ ਅਗਨ ਵਸਾਈ, ਅੱਗ ਦੀ ਵਰਖਾ ਕਰਨੀ ਆਰੰਭ ਕਰ ਦਿੱਤੀ, ਸ਼ੁਰੂ ਕਰ ਦਿੱਤੀ, ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੇ ਮਰਦਾਨਾ ਜੀ ਇਸ ਕਲਾ ਕੌਤਕਾਂ ਤੋਂ ਡਰ ਜਾਣ ਤੇ ਸਾਡੀ ਈਨ ਮੰਨ ਲੈਣ, ਸਾਡੇ ਪ੍ਰਭਾਵ ਦੇ ਵਿੱਚ ਆ ਜਾਣ, ਖਟ ਦਰਸ਼ਨ ਨੂੰ ਅਪਣਾ ਲੈਣ, ਯੋਗ ਮਤ ਨੂੰ ਅਪਣਾ ਲੈਣ। ਕਹਿੰਦੇ ਇੱਕ ਇਹਨਾਂ ਵਿੱਚੋਂ ਜੋਗੀ ਸੀਗਾ ਭੰਗਰਨਾਥ। ਉਹਨੇ ਕੀ ਕੀਤਾ? ਤਾਰੇ ਤੋੜੇ ਭੰਗਰਨਾਥ। ਕਹਿੰਦੇ ਭੰਗਰਨਾਥ ਅਸਮਾਨ ਦੇ ਵਿੱਚੋਂ ਤਾਰੇ ਸੀ ਜਿਹੜੇ ਉਹ ਤੋੜਨ ਲੱਗ ਪਿਆ। ਇੱਕ ਚੜ ਮਿਰਗਾਨੀ ਜਲ ਤਰ ਜਾਈ। ਕਹਿੰਦੇ ਕਈ ਇੱਦਾਂ ਦੇ ਸਾਧੂ ਸੀ ਜਿਹੜੇ ਮਿਰਗਾਣੀਆਂ ਦੇ ਉੱਪਰ ਚੜ ਕੇ ਪਾਣੀ ਉੱਪਰ ਤਰਨ ਲੱਗ ਪਏ। ਆਪਣੇ ਆਪ ਨੂੰ ਇੰਨਾ ਹੌਲਾ ਕਰ ਲਿਆ ਕਿ ਉਹ ਮੁਰਗਾਬੀ ਦੇ ਉੱਤੇ ਬੈਠ ਕੇ, ਪਾਣੀ ਦੇ ਵਿੱਚ ਜਿਹੜੀ ਮੁਰਗਾਬੀ ਤੈਰ ਰਹੀ ਸੀ ਉਹਦੇ ਉੱਤੇ ਬੈਠ ਕੇ ਉਸ ਪਾਣੀ ਨੂੰ ਤੈਰਨ ਲੱਗ ਪਏ ਕਿਸ਼ਤੀ ਬਣਾ ਕੇ। ਸਿੱਧਾਂ ਅਗਨ ਨਾ ਬੁਝੇ ਬੁਝਾਈ। ਭਾਈ ਗੁਰਦਾਸ ਜੀ ਆਖਰੀ ਪੰਕਤੀ ਦੇ ਵਿੱਚ ਇਹ ਲਿਖਦੇ ਨੇ, ਕਹਿੰਦੇ ਸਿੱਧਾਂ ਦੀ ਜਿਹੜੀ ਅੱਗ ਸੀ, ਈਰਖਾ ਦੀ ਅੱਗ ਸੀ, ਉਹ ਬੁਝ ਨਹੀਂ ਰਹੀ, ਕਿਉਂਕਿ ਉਹਨਾਂ ਦੀ ਕਰਾਮਾਤ ਦੀ ਤਾਕਤ ਗੁਰੂ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਦੇ ਉੱਤੇ ਚੱਲ ਹੀ ਨਹੀਂ ਰਹੀ। ਉਹਨਾਂ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਦੁਆਰਾ ਪ੍ਰਭਾਵਿਤ ਕਰ ਨਹੀਂ ਸਕੇ। ਇਸ ਕਰਕੇ ਜਿਹੜੀ ਸਿੱਧਾਂ ਦੇ ਵਿੱਚ ਈਰਖਾ ਦੀ ਅੱਗ ਹੈ ਉਹ ਵੱਧਦੀ ਜਾ ਰਹੀ ਹੈ, ਬੁਝ ਨਹੀਂ ਰਹੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਗਿਆਨ ਵੰਡ ਰਹੇ ਨੇ, ਲੋਕਾਂ ਨੂੰ ਸਮਝਾ ਰਹੇ ਨੇ, ਲੋਕ ਉਹਨਾਂ ਦੀ ਗੱਲ ਸੁਣ ਰਹੇ ਹਨ ਤੇ ਈਸ਼ਵਰ ਪਰਮਾਰਥ ਭਗਤੀ ਦੇ ਵੱਲ ਤੁਰ ਰਹੇ ਹਨ। ਬਾਣੀ ਦਾ ਮੁਬਾਰਕ ਬਚਨ ਹੈ, ਕਹਿੰਦੇ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਕਹਿੰਦੇ ਰਾਮ ਅਕਾਲ ਪੁਰਖ ਦਾਤਾ ਜਿਹੜਾ ਹਰ ਥਾਂ ਉੱਤੇ ਰਮਿਆ ਹੋਇਆ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਅਕਾਲ ਪੁਰਖ ਦਾਤਾ ਹਰ ਕਣ ਕਣ ਦੇ ਵਿੱਚ ਵਸਿਆ ਹੋਇਆ। ਕਹਿੰਦੇ ਉਹ ਮੁਕਤੀ ਦਾ ਦਾਤਾ ਹੈ, ਮੁਕਤ ਕਰ ਦਿੰਦਾ ਹੈ। ਚੇਤਾ ਰੱਖਿਓ, ਇੱਥੇ ਬਾਣੀ ਦੇ ਵਿੱਚ ਕਿਤੇ ਵੀ ਜਿਹੜੀ ਮਰ ਕੇ ਮੁਕਤੀ ਆ ਉਹਨੂੰ ਪ੍ਰਵਾਨ ਨਹੀਂ ਕੀਤਾ। ਉੱਥੇ ਤਾਂ ਕਹਿ ਦਿੱਤਾ ਕਿ ਮਰਨ ਮੁਕਤ ਕਿਨ ਪਾਈ। ਕਹਿੰਦੇ ਇਹ ਦੱਸੋ ਵੀ ਮਰ ਕੇ ਮੁਕਤੀ ਕਿਹਨੇ ਪਾਈ ਆ, ਪਰ ਦੂਜੇ ਪਾਸੇ ਜਿਉਂਦੇ ਜੀ ਮੁਕਤ ਦੀ ਗੱਲ ਬਾਣੀ ਨੇ ਕੀਤੀ ਹੈ। ਬਾਣੀ ਨੇ ਦੱਸਿਆ ਏ ਕਿ ਕੌਣ? ਕਹਿੰਦੇ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਕਹਿੰਦੇ ਜੀਵਨ ਦੇ ਵਿੱਚ ਜਿਉਂਦੇ ਜੀ ਉਹ ਬੰਦਾ ਮੁਕਤ ਹੈ ਜਿਸ ਦੇ ਹਿਰਦੇ ਦੇ ਵਿੱਚ, ਮਨ ਦੇ ਵਿੱਚ ਸੱਚੇ ਨਾਮ ਦਾ ਵਾਸਾ ਹੋ ਗਿਆ ਹੈ। ਈਰਖਾ ਦੀ ਅੱਗ ਦੇ ਬਾਰੇ, ਈਰਖਾ ਦੇ ਸਾੜੇ ਦੇ ਬਾਰੇ ਗੁਰਬਾਣੀ ਨੇ ਵੀ ਬਿਆਨ ਕੀਤਾ ਹੈ। ਕਹਿੰਦੇ ਇਹ ਮੁੱਕ ਜਾਂਦਾ ਹੈ, ਮਿਟ ਜਾਂਦਾ ਹੈ। ਕਿਵੇਂ ਮਿਟਦਾ? ਕਹਿੰਦੇ ਮਿਟਦਾ ਹੈ ਆਪਣਾ ਹੰਕਾਰ ਆਪਾ ਭਾਵ ਤਿਆਗ ਕੇ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਜਦੋਂ ਦੀ ਮੈਂ ਸੰਤਾਂ ਦੀ ਸੰਗਤ ਭਾਵ ਕੇ ਭਗਤੀ ਕਰਨ ਵਾਲਿਆਂ ਦੀ ਸੰਗਤ ਦੇ ਵਿੱਚ ਆ ਗਿਆ, ਜਿੱਥੇ ਕੇਵਲ ਇੱਕੋ ਨਾਮ ਵਖਾਣੀਏ ਦੀ ਗੱਲ ਹੈ, ਤਾਂ ਮੇਰੇ ਵੀ ਅੰਦਰੋਂ ਈਰਖਾ ਦਵੈਸ਼ ਖਤਮ ਹੋ ਗਿਆ, ਵਿਸਰ ਗਿਆ, ਮੁੱਕ ਗਿਆ। ਪਰ ਇੱਥੇ ਭਾਈ ਗੁਰਦਾਸ ਜੀ ਇੱਥੇ ਜੋਗੀਆਂ ਦੀ ਗੱਲ ਕਰ ਰਹੇ ਨੇ, ਸਿੱਧਾਂ ਦੀ, ਕਿ ਸਿੱਧਾਂ ਦੇ ਅੰਦਰੋਂ ਅੱਗ ਬੁਝਦੀ ਨਹੀਂ। ਕਿਉਂ? ਕਿਉਂਕਿ ਉਹ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਕਰਦੇ ਨੇ ਵੀ ਸਾਡੇ ਵਰਗਾ ਤਾਕਤਵਰ ਹੋਰ ਦੁਨੀਆ ਤੇ ਕੋਈ ਇਨਸਾਨ ਹੀ ਨਹੀਂ ਹੈ। ਅਸੀਂ ਇਨਸਾਨਾਂ ਦੇ ਉੱਤੋਂ ਦੀ ਹੋ ਗਏ ਹਾਂ, ਅਸੀਂ ਕੁਝ ਖਾਸ ਬਣ ਗਏ ਹਾਂ, ਸਾਡਾ ਪਰਮਾਰਥ ਦੇ ਨਾਲ ਸਿੱਧਾ ਸੰਬੰਧ ਹੋ ਗਿਆ ਹੈ ਰੱਬ ਦੇ ਨਾਲ। ਇਸ ਕਰਕੇ ਉਹ ਹੰਕਾਰ ਦੇ ਭਰੇ ਹੋਏ ਨੇ। ਸਾਡੇ ਵਿੱਚ ਵੀ ਇੱਦਾਂ ਦੇ ਬਹੁਤ ਮਿਲ ਜਾਂਦੇ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਗਿਆਨਵਾਨ ਧਨਾੜ ਸਮਝਦੇ ਨੇ ਵੀ ਸਾਡੇ ਵਰਗਾ ਕੋਈ ਗਿਆਨੀ ਨਹੀਂ। ਪਰ ਪਾਤਸ਼ਾਹ ਜੀ ਕਹਿੰਦੇ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ।
ਕਹਿੰਦੇ ਉਸ ਪੜ੍ਹੇ ਹੋਏ ਗਿਆਨੀ ਨੂੰ ਮੂਰਖ ਸਮਝਿਆ ਜਾਂਦਾ ਹੈ। ਇੱਥੋਂ ਤੱਕ ਵੀ ਬਚਨ ਬਖਸ਼ਿਸ਼ ਕਰ ਦਿੱਤੇ ਪਾਵਨ ਬਾਣੀ ਨੇ। ਕਹਿੰਦੇ ਚੇਤਾ ਰੱਖਿਓ, ਕਿਆ ਪੜ੍ਹੀਏ ਕਿਆ ਸੁਣੀਏ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜਿੰਨਾ ਚਿਰ ਅੰਦਰ ਸਹਿਜ ਨਹੀਂ ਪ੍ਰਾਪਤ ਹੁੰਦਾ, ਉਨਾ ਚਿਰ ਪੜ੍ਹੇ ਸੁਣੇ ਦਾ ਵੀ ਕੋਈ ਲਾਭ ਨਹੀਂ। ਸਹਿਜ ਦਾ ਅਰਥ ਹੈ ਵੀ ਜਿੱਥੇ ਜਾ ਕੇ ਸਾਨੂੰ ਹਰ ਇੱਕ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਆ। ਪਹਿਲਾਂ ਸੁਣੋ, ਉਸ ਨੂੰ ਵਿਚਾਰੋ ਵੀ ਇਹਨੇ ਕੀ ਬੋਲਿਆ ਹੈ ਤੇ ਅੱਗੇ ਦਾ ਉੱਤਰ ਕੀ ਦਿੱਤਾ ਜਾਵੇ, ਸੌਖੇ ਸ਼ਬਦਾਂ ਦੇ ਵਿੱਚ, ਬੜੇ ਪਿਆਰ ਤੇ ਠਰਮੇ ਦੇ ਨਾਲ, ਸਹਿਜ ਵਿੱਚ। ਅਗਲੀ ਵਾਰ ਦੇ ਵਿੱਚ ਕਹਿੰਦੇ ਨੇ ਸਿੱਧ ਬੋਲੇ ਸੁਣ ਨਾਨਕਾ। ਕਹਿੰਦੇ ਸਿੱਧ ਬੋਲਣ ਲੱਗ ਪਏ। ਕੀ ਕਿਹਾ ਸਿੱਧਾਂ ਨੇ? ਕਹਿੰਦੇ ਹੇ ਨਾਨਕ ਸੁਣ, ਤੋਹੇ ਜਗ ਨੂੰ ਕਿਆ ਕਰਾਮਾਤ ਦਿਖਾਈ। ਤੂੰ ਜਗਤ ਨੂੰ ਕਿਹੜੀ ਕਰਾਮਾਤ ਦਿਖਾਈ ਹੈ, ਦੱਸੀ ਹੈ? ਦੱਸ ਤਾਂ ਸਹੀ, ਸਾਨੂੰ ਵੀ ਪਤਾ ਲੱਗੇ ਵੀ ਤੂੰ ਕਿਹੜੀ ਕਰਾਮਾਤ ਦਾ ਧਾਰਨੀ ਆ। ਅਸੀਂ ਤਾਂ ਆਹ ਕਰਾਮਾਤਾਂ ਕਰਦੇ ਹਾਂ, ਸਾਡੇ ਕੋਲੇ ਆਹ ਸ਼ਕਤੀਆਂ ਨੇ, ਇਹਨਾਂ ਦੇ ਨਾਲ ਅਸੀਂ ਇੱਦਾਂ ਦਾ ਰੂਪ ਵਟਾ ਸਕਦੇ ਹਾਂ, ਹੌਲੇ ਭਾਰੇ ਹੋ ਸਕਦੇ ਹਾਂ, ਉੱਡ ਸਕਦੇ ਹਾਂ, ਧਰਤੀ ਵਿੱਚ ਸਮਾ ਸਕਦੇ ਹਾਂ ਆਦਿਕ। ਕੁਝ ਵਿਖਾਲੇ ਅਸਾਂ ਨੂੰ, ਤੋਹੇ ਕਿਉਂ ਢਿੱਲ ਅਵੇਹੀ ਲਾਈ। ਕਹਿੰਦੇ ਸਾਨੂੰ ਵੀ ਤਾਂ ਕੁਝ ਦਿਖਾ ਕਰਾਮਾਤ ਆਪਦੀ, ਤੂੰ ਢਿੱਲ ਕਾਸ ਨੂੰ ਲਾ ਦਿੱਤੀ ਹੈ, ਇੰਨੀ ਦੇਰੀ ਕਿਉਂ ਕਰ ਰਿਹਾ ਹੈ। ਅੱਗੇ ਗੁਰੂ ਪਾਤਸ਼ਾਹ ਜੀ ਬੋਲਦੇ ਨੇ, ਦੇਖੋ ਕਿੰਨੇ ਪਿਆਰੇ ਬਚਨਾਂ ਦੇ ਨਾਲ ਉਹਨਾਂ ਨੇ ਸਿੱਧਾਂ ਨੂੰ ਸੰਬੋਧਨ ਕੀਤਾ। ਪਰ ਮਾਫ਼ ਕਰਿਓ, ਸਾਡੇ ਵਿੱਚ ਐਡਾ ਹੰਕਾਰ ਭਰ ਚੁੱਕਿਆ ਹੈ ਵੀ ਸਾਡੇ ਤੋਂ ਬਿਨਾਂ ਹੋਰ ਕੋਈ ਗਿਆਨੀ ਹੋ ਹੀ ਨਹੀਂ ਸਕਦਾ, ਅਸੀਂ ਹੀ ਗਿਆਨੀ ਹਾਂ। ਹੰਕਾਰ ਇਸੇ ਕਰਕੇ ਆਇਆ ਨਾ, ਅਸੀਂ ਸਿੱਧੇ ਮੂੰਹ ਕਿਸੇ ਨਾਲ ਗੱਲ ਹੀ ਨਹੀਂ ਕਰਦੇ। ਜਿਹੜਾ ਕੋਈ ਸਾਡੇ ਨਾਲ ਗੱਲ ਕਰਨੀ ਚਾਹੁੰਦਾ, ਜੇਕਰ ਕੋਈ ਸਾਨੂੰ ਦੱਸਣਾ ਚਾਹੁੰਦਾ, ਉਹ ਗੱਲ ਬਾਅਦ ਦੀ ਹੈ ਕਿ ਅਸੀਂ ਉਹਨੂੰ ਮੰਨਣਾ ਜਾਂ ਨਹੀਂ ਮੰਨਣਾ। ਪਹਿਲਾਂ ਸੁਣਨਾ ਤਾਂ ਚਾਹੀਦਾ ਨਾ, ਜ਼ਰੂਰੀ ਹੈ ਸੁਣਨਾ ਤਾਂ। ਬਾਅਦ ਵਿੱਚ ਉਸ ਨੂੰ ਆਪਣੇ ਗੁਰਮਤਿ ਦੀ ਕਸਵੱਟੀ ਉੱਤੇ ਲਾ ਕੇ ਸੋਚ ਵਿਚਾਰ ਕਰ ਲਓ ਕਿ ਇਹ ਮੰਨਣ ਯੋਗ ਹੈ ਜਾਂ ਨਹੀਂ ਹੈ, ਉਸ ਨੂੰ ਮੰਨ ਲਿਆ ਜਾਵੇ। ਪਰ ਗੁਰੂ ਪਾਤਸ਼ਾਹ ਜੀ ਬੋਲੇ, ਬਾਬਾ ਬੋਲੇ ਨਾਥ ਜੀ, ਗੁਰੂ ਬਾਬਾ ਜੀ ਬੋਲੇ, ਕੀ ਕਹਿੰਦੇ? ਹੇ ਨਾਥ ਜੀ, ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ। ਕਹਿੰਦੇ ਸਾਡੇ ਤਾਂ ਵੇਖਣ ਜੋਗੀ ਕੋਈ ਵਸਤੂ ਹੀ ਨਹੀਂ ਹੈ, ਕੋਈ ਵਸਤ ਪਦਾਰਥ ਜਾਂ ਸ਼ਕਤੀ ਤਾਕਤ ਵੀ ਕੋਈ ਐਸੀ ਨਹੀਂ ਹੈ ਵੀ ਜਿਹੜੀ ਅਸਾਂ ਵੇਖੀ ਹੈ ਜਾਂ ਵਿਖਾਣ ਦੇ ਵਿੱਚ ਆ ਜਾਈਏ। ਕਹਿੰਦੇ ਫਿਰ ਤੁਹਾਨੂੰ ਸਹਾਰਾ ਕਾਹਦਾ ਹੈ? ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਗੁਰੂ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਕੀ ਸੰਗਤ, ਜਿੱਥੇ ਗੁਰੂ ਦੀ ਬਾਣੀ ਨੂੰ ਪੜ੍ਹਿਆ ਵਿਚਾਰਿਆ ਸੁਣਿਆ ਜਾਂਦਾ ਹੈ, ਉਹ ਸੰਗਤ, ਤੇ ਦੂਜੀ ਜਿਹੜੀ ਬਾਣੀ ਪੜ੍ਹੀ ਜਾਂਦੀ ਹੈ, ਵਿਚਾਰੀ ਜਾਂਦੀ ਹੈ, ਸੁਣੀ ਜਾਂਦੀ ਹੈ, ਉਹ ਬਾਣੀ। ਉਸ ਤੋਂ ਦੋਨੇ ਚੀਜ਼ਾਂ ਤੋਂ ਬਿਨਾਂ, ਸੰਗਤ ਤੇ ਬਾਣੀ ਤੋਂ ਬਿਨਾਂ ਹੋਰ ਕਿਸੇ ਦਾ ਸਾਨੂੰ ਆਸਰਾ ਨਹੀਂ। ਕਿੰਨਾ? ਰਾਈ ਜਿੰਨਾ ਵੀ। ਰਾਈ ਬਿਲਕੁਲ ਬਰੀਕ ਜਿਹਾ ਦਾਣਾ ਹੁੰਦਾ ਰਾਈ ਦਾ, ਸਰੋਂ ਦੇ ਦਾਣੇ ਤੋਂ ਵੀ ਬਰੀਕ। ਕਹਿੰਦੇ ਸਾਨੂੰ ਉਨੀ ਕੁ ਵੀ ਕਿਸੇ ਉੱਤੇ ਪ੍ਰਤੀਤ ਨਹੀਂ ਹੈ। ਆਪਣੇ ਸੱਚੇ ਗੁਰੂ ਗਿਆਨ ਤੋਂ ਬਿਨਾਂ, ਗੁਰੂ ਗਿਆਨ ਕਿਹੜਾ? ਜੋ ਗੁਰਬਾਣੀ ਦੇ ਵਿੱਚ ਦਰਜ ਹੈ, ਤੇ ਗੁਰ ਸੰਗਤ ਬਿਨਾਂ, ਜਿਹੜੀ ਗੁਰੂ ਕੀ ਸੰਗਤ ਨਾਮ ਜਪਦੀ ਹੈ। ਭਾਈ ਨੰਦ ਲਾਲ ਜੀ ਦੇ ਬੜੇ ਪਿਆਰੇ ਬਚਨ ਨੇ। ਕਹਿੰਦੇ ਸੰਗਤ ਕਿਹੜੀ ਹੈ ਤੇ ਸੰਗਤ ਦੇ ਵਿੱਚ ਜਪਿਆ ਕੀ ਜਾਂਦਾ ਹੈ, ਕਿਸ ਦੀ ਵਡਿਆਈ ਕੀਤੀ ਜਾ ਸਕਦੀ ਹੈ। ਕਹਿੰਦੇ ਕੀਲੋ ਕਾਲੇ ਗਰ ਵਰਾਏ ਹੱਕ ਬਵਦ, ਅਜ਼ ਵਰਾਏ ਕਾਦਰ ਮੁਤਲਿਕ ਬਵਦ। ਕਹਿੰਦੇ ਚਾਰ ਲੋਕ ਇਕੱਠੇ ਹੋ ਕੇ ਸਿਰਫ ਤੇ ਸਿਰਫ ਇੱਕ ਪਰਮਾਤਮਾ ਦੀ ਉਸਤਤ ਕਰ ਸਕਦੇ ਹਨ। ਇੱਕ ਪਰਮਾਤਮਾ ਦੀ ਉਸਤਤ ਤੋਂ ਬਿਨਾਂ ਹੋਰ ਕਿਸੇ ਵੀ ਤਰ੍ਹਾਂ ਦੀ ਵਡਿਆਈ ਕੀਤੀ ਨਹੀਂ ਜਾ ਸਕਦੀ। ਸੋ ਇਸ ਕਰਕੇ ਗੁਰੂ ਕੀ ਸੰਗਤ ਵਿੱਚ ਬੈਠ ਕੇ, ਗੁਰੂ ਦੇ ਸਨਮੁਖ ਹੋ ਕੇ, ਬਾਣੀ ਦੇ ਉੱਤੇ ਭਰੋਸਾ ਰੱਖ ਕੇ ਹੀ ਜੀਵਨ ਬਤੀਤ ਕਰਨਾ, ਇਹ ਸਾਡੀ ਸਿੱਖਿਆ ਹੈ। ਅਸੀਂ ਇਸ ਨੂੰ ਮੰਨਿਆ ਤੇ ਅਪਣਾਇਆ ਹੈ। ਸਿਵ ਰੂਪੀ ਕਰਤਾ ਪੁਰਖ ਚੱਲੇ ਨਾਹੀਂ ਧਰਤ ਚਲਾਈ। ਸਿਵ ਰੂਪੀ ਕਰਤਾ ਪੁਰਖ ਚੱਲੇ ਨਾਹੀਂ ਧਰਤ ਚਲਾਈ। ਕਹਿੰਦੇ ਉਹ ਸ਼ਿਵ ਦਾ ਅਰਥ ਇੱਥੇ
शिव जी महादेव नहीं, ਇਹਦਾ ਅਰਥ ਹੈ ਜੋ ਕਲਿਆਣ ਕਰਤਾ ਹੈ, ਦਿਆਲੂ ਹੈ, ਕਿਰਪਾਲੂ ਹੈ, ਉਹ ਕਰਤਾ ਪੁਰਖ ਹੈ। ਗੁਰੂ ਨਾਨਕ ਪਾਤਸ਼ਾਹ ਜੀ ਚਲਾਏ ਮਨ ਨਾ ਹੋਏ, ਜਿਕਰ ਧਰਤੀ ਹਲਾਈ ਹੋਈ ਨਹੀਂ ਹਿਲਦੀ। ਉਹ ਕਹਿੰਦੇ ਵੀ ਸਾਨੂੰ ਸਿਰਫ ਤੇ ਸਿਰਫ ਸਹਾਰਾ ਇਹ ਦੋ ਚੀਜ਼ਾਂ ਦਾ, ਅਸੀਂ ਕਿਸੇ ਹੋਰ ਦੇ ਇਸ਼ਾਰੇ ਉੱਤੇ ਚੱਲਣ ਦੇ ਲਈ ਚਲਾਏਵਾਨ ਨਹੀਂ। ਜਿਵੇਂ ਕੋਈ ਧਰਤੀ ਕਹੇ ਵੀ ਹਿਲਾ ਦੂੰਗਾ ਮੈਂ, ਤਾਂ ਉਹ ਹਿਲਦੀ ਨਹੀਂ, ਉਹ ਵੇਗ ਦੇ ਵਿੱਚ ਖੜੀ ਹੈ ਆਪਣੇ, ਉਹ ਪਰਮਾਤਮਾ ਜੀ ਦੇ ਹੁਕਮ ਦੇ ਵਿੱਚ ਖੜੀ ਹੈ। ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਕੇ ਕਲਾ ਛਪਾਈ। ਕਹਿੰਦੇ ਸਿੱਧ ਸੀ ਜਿਹੜੇ, ਉਹ ਤੰਤਰ ਮੰਤਰ ਕਰਕੇ ਹਾਰ ਗਏ। ਝੜ ਪਏ ਦਾ ਅਰਥ ਹੈ ਹਾਰ ਗਏ। ਇਹਨਾਂ ਕੋ ਹਾਰ ਗਏ ਕਿ ਉਹਨਾਂ ਦੇ ਕੋਲ ਹੁਣ ਕੁਛ ਵੀ ਬਾਕੀ ਨਹੀਂ। ਗੁਰੂ ਦੇ ਸ਼ਬਦ ਨੇ ਉਹਨਾਂ ਦੀ ਜਿਹੜੀ ਕਲਾ ਸੀ ਉਹ ਛਪਾ ਦਿੱਤੀ, ਲੁਕਾ ਦਿੱਤੀ, ਖਤਮ ਕਰ ਦਿੱਤੀ। ਗੁਰੂ ਦੇ ਸ਼ਬਦ ਦੇ ਸਾਹਮਣੇ, ਬਾਣੀ ਦੇ ਸਾਹਮਣੇ ਉਹਨਾਂ ਦੀਆਂ ਕਰਾਮਾਤੀ ਤਾਕਤਾਂ, ਸ਼ਕਤੀਆਂ ਫੇਲ ਹੋ ਗਈਆਂ, ਚੱਲੀਆਂ ਨਹੀਂ। ਇਹਦਾ ਮਤਲਬ ਇਹੀ ਹੈ ਨਾ ਵੀ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ। ਬਹੁਤ ਵੱਡੀ ਗੱਲ ਹੈ। ਇਸ ਨੂੰ ਸਮਝਣ ਦੇ ਲਈ ਆਪਣਾ ਜਿਹੜਾ ਮਨ ਹੈ, ਦਿਮਾਗੀ ਠਹਿਰਾਓ ਹੈ ਜਾਂ ਦਿਮਾਗ ਦਾ ਘੇਰਾ ਹੈ, ਬਹੁਤ ਵਿਸ਼ਾਲ ਕਰਕੇ ਸੋਚਣਾ ਪਵੇਗਾ ਕਿ ਜਿਸ ਨੇ ਗੁਰੂ ਨੂੰ ਸੁਣ ਕੇ ਵੇਖ ਲਿਆ ਹੈ, ਸੁਣ ਕੇ ਬਾਣੀ ਦੇ ਵਿੱਚੋਂ ਸੁਣ ਕੇ ਗੁਰੂ ਦਾ ਦਰਸ਼ਨ ਕਰ ਲਿਆ ਹੈ, ਉਹ ਫਿਰ ਕਦੇ ਵੀ ਗਰਭ ਦੇ ਵਿੱਚ ਵਾਸਾ ਨਹੀਂ ਪਾਵੇਗਾ। ਉਹਦਾ ਜਨਮ ਮਰਨ ਕੱਟਿਆ ਜਾਵੇਗਾ। ਕਿਉਂਕਿ ਗੱਲ ਇਹੀ ਹੈ ਨਾ। ਪਰ ਇਹਦੇ ਲਈ ਸਵੀਕਾਰ ਕਰਨਾ ਪਵੇਗਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਸਾਡੀ ਪ੍ਰੀਤ ਸੰਸਾਰ ਦੇ ਨਾਲ ਹੈ। ਅਸੀਂ ਭੁੱਲਣ ਹਾਰੇ ਹਾਂ, ਔਗਣ ਹਾਰੇ ਹਾਂ, ਸਾਡੇ ਵਿੱਚ ਗੁਣ ਨਹੀਂ ਕੋਈ ਪਾਤਸ਼ਾਹ ਜੀ। ਅਸੀਂ ਮਾਇਆ ਦੇ ਵਿੱਚ ਜਕੜੇ ਹੋਏ ਇਨਸਾਨ ਹਾਂ। ਬਸ ਤੂੰ ਕਿਰਪਾ ਕਰ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਜਮਾਂ ਦਾ ਜਿਹੜਾ ਤਰਾਸ ਹੈ, ਤਰਾਹ ਹੈ, ਜਿਹੜਾ ਅੰਦਰ ਹੌਂਕਾ ਹੈ ਵੀ ਹਾਏ ਅਸੀਂ ਮਰ ਜਾਵਾਂਗੇ, ਜਮ ਸਾਨੂੰ ਮਾਰ ਦੇਣਗੇ, ਉਹ ਜਿਹੜਾ ਜਮਾਂ ਦਾ ਡਰ ਹੈ ਉਹ ਅੰਦਰੋਂ ਮੁੱਕ ਜਾਂਦਾ ਹੈ। ਕਿਵੇਂ? ਗੁਰੂ ਕੀ ਸੰਗਤ ਵਿੱਚ ਆਇਆ। ਹੋਰ ਕੋਈ ਲਾਭ ਨਹੀਂ, ਹੋਰ ਕੋਈ ਥਾਂ ਨਹੀਂ ਜਿੱਥੇ ਜਾ ਕੇ ਇਹ ਡਰ ਮੁੱਕ ਸਕੇ। ਉਹ ਕੇਵਲ ਤੇ ਕੇਵਲ ਗੁਰੂ ਹੈ, ਗੁਰੂ ਕੀ ਸੰਗਤ ਹੈ, ਜਿੱਥੇ ਜਾ ਕੇ ਇਹ ਜਿਹੜਾ ਜਮਾਂ ਦਾ ਤਰਾਸ ਹੈ ਉਹ ਮਿਟ ਜਾਂਦਾ ਹੈ। ਉੱਤਮ ਪੰਥ ਕੀ ਹੈ? ਗੁਰ ਸੰਗਤ। ਉੱਤਮ ਪੰਥ, ਸ੍ਰੇਸ਼ਟ ਰਾਹ, ਜਿੱਥੇ ਜਾ ਕੇ ਸਾਨੂੰ ਗੁਰੂ ਦਾ ਮਾਰਗ ਮਿਲ ਜਾਂਦਾ ਹੈ। ਅੱਗੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਦੱਦੇ ਦਾਤਾ ਗੁਰੂ ਹੈ, ਕੱਕੇ ਕੀਮਤ ਕਿੰਨੇ ਨਾ ਪਾਈ। ਕਹਿੰਦੇ ਦੱਦੇ ਦਾ ਅਰਥ ਹੈ ਦਾਤਾ। ਉਹ ਦਾਤਾ ਰੂਪ ਆਪ ਹੀ ਗੁਰੂ ਹੈ। ਕੱਕੇ ਦਾ ਅਰਥ ਹੈ ਕੀਮਤ। ਉਸ ਮਾਲਕ ਪਰਮਾਤਮਾ ਦੇ ਵਿੱਚ ਸਮਾਏ ਹੋਏ ਗੁਰੂ ਸ਼ਬਦ ਦੀ ਕੀਮਤ ਕਿਸੇ ਨੇ ਨਹੀਂ ਪਾਈ। ਉਹਦੀ ਕੀਮਤ ਕੋਈ ਪਾ ਹੀ ਨਹੀਂ ਸਕਦਾ। ਉਸ ਦੇ ਬਾਰੇ ਸੋਚਣ ਦੇ ਲਈ ਸਾਡੇ ਦਿਮਾਗ ਦੀ ਪਹੁੰਚ ਬਹੁਤ ਥੋੜ੍ਹੀ ਹੈ। ਤੂੰ ਬੇਅੰਤ ਕੋ ਵਿਰਲਾ ਜਾਣੈ, ਤੂੰ ਬੇਅੰਤ ਹੈ ਪਰਮਾਤਮਾ ਜੀ, ਕੋਈ ਵਿਰਲਾ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਤੂੰ ਮੇਰੋ ਮੇਰ ਪਰਬਤ ਹੈ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ। ਹਰ ਮੇਰੀ। ਅਸੀਂ ਅਰਦਾਸ ਕਰ ਸਕਦੇ ਹਾਂ, ਜੋਦੜੀ ਕਰ ਸਕਦੇ ਹਾਂ ਮਨ ਕਰਕੇ, ਪਾਤਸ਼ਾਹ ਤੂੰ ਹੀ ਸਾਨੂੰ ਡੋਲਣ ਤੋਂ ਬਚਾ ਸਕਦਾ, ਕਿਉਂਕਿ ਤੂੰ ਇੱਕ ਐਸਾ ਮੇਰ ਪਰਬਤ ਹੈ, ਬਹੁਤ ਵੱਡਾ ਪਰਬਤ, ਜਿਹੜਾ ਨਾ ਡੋਲਦਾ ਹੈ ਤੇ ਨਾ ਆਪਣੇ ਭਗਤਾਂ ਨੂੰ ਡੋਲਣ ਦਿੰਦਾ ਹੈ। ਉਹ ਡੋਲਣ ਨਹੀਂ ਦਿੰਦਾ। ਤੇ ਜਦ ਚੇਤਾ ਰੱਖਿਓ, ਜਦੋਂ ਮਨ ਟਿਕ ਗਿਆ ਫਿਰ ਤਣ ਵੀ ਟਿਕ ਜਾਵੇਗਾ, ਤਣ ਵੀ ਨਹੀਂ ਡੋਲੇਗਾ ਜਦੋਂ ਮਨ ਟਿਕ ਗਿਆ। ਸੋ ਦੀਨ ਨਾਨਕ ਸਤਿਗੁਰ ਸ਼ਰਨਾਈ। ਕਹਿੰਦੇ ਫਿਰ ਉਹ
ਬਿਲਕੁਲ ਆਪਣੇ ਆਪ ਨੂੰ ਨੀਵਾਂ ਝੁਕਾ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ, ਸ਼ਰਨ ਵਿੱਚ ਪੈ ਗਏ। ਸ਼ਰਨ ਵਿੱਚ ਪੈ ਕੇ ਉਹਨਾਂ ਨੇ ਗੁਰੂ ਗਿਆਨ ਨੂੰ ਪਾ ਲਿਆ। ਇਹ ਸੀ 42ਵੀਂ ਪੌੜੀ ਦੇ ਅਰਥ। ਅੱਗੇ 43ਵੀਂ ਪੌੜੀ ਦੇ ਵਿੱਚ ਜੋ ਭਾਈ ਗੁਰਦਾਸ ਜੀ ਨੇ ਬਖਸ਼ਿਆ ਹੈ ਸਿੱਧਾਂ ਦੇ ਬਾਰੇ ਹੀ, ਕਹਿੰਦੇ ਬਾਬਾ ਬੋਲੇ ਨਾਥ ਜੀ ਸ਼ਬਦ ਸੁਣੋ ਸੱਚ ਮੁਖੋਂ ਅਲਾਈ। ਗੁਰੂ ਪਾਤਸ਼ਾਹ ਜੀ ਆਪ ਬੋਲੇ, ਕਹਿੰਦੇ ਹੇ ਨਾਥ ਜੀ, ਮੂੰਹ ਵਿੱਚੋਂ ਸੱਚੇ ਬਚਨ ਕਹਿੰਦਾ ਹਾਂ, ਸੋ ਆਪ ਉਸ ਸ਼ਬਦ ਨੂੰ ਸੁਣੋ। ਇਸ ਦਾ ਫਰਮਾਨ ਗੁਰਬਾਣੀ ਵਿੱਚੋਂ ਵੀ ਮਿਲ ਜਾਂਦਾ ਹੈ। ਜਦੋਂ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਸੁਣ, ਕੀ ਸੁਣ? ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਹਿੰਦੇ ਹੇ ਲਾਲੋ, ਉਹ ਗਿਆਨ ਤੂੰ ਆਪਣੇ ਪੱਲੇ ਬੰਨ ਲਵੀਂ ਜਿਹੜਾ ਮੈਨੂੰ ਧੁਰ ਮਾਲਕ ਤੋਂ, ਖਸਮ ਤੋਂ, ਪਤੀ ਪਰਮੇਸ਼ਰ ਤੋਂ ਉਤਰ ਰਿਹਾ ਹੈ, ਆ ਰਿਹਾ ਹੈ। ਉਸ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਈ। ਕਿਹੜੀ ਬਾਣੀ? ਜਿਹੜੀ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਆਪਣੇ ਅੰਦਰ ਵਸਾ ਲੈ। ਇਹ ਉਹ ਮਾਲਕ ਦੀ ਬਾਣੀ ਹੈ, ਕਰਤੇ ਪੁਰਖ ਕੀ ਬਾਣੀ ਹੈ, ਜਿਹੜੀ ਤੈਨੂੰ ਨਿੱਜ ਘਰ ਦੇ ਵਿੱਚ ਵਾਸਾ ਪਾ ਦੇਵੇਗੀ, ਨਿੱਜ ਘਰ ਦੇ ਵਿੱਚ ਤੇਰਾ ਟਿਕਾ ਹੋ ਜਾਵੇਗਾ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਇਹ ਮਹਾਂਪੁਰਖ ਅਕਾਲ ਪੁਰਖ ਕੀ ਬਾਣੀ ਹੈ, ਜਿਹੜੀ ਨਿੱਜ ਘਰ ਦੇ ਵਿੱਚ ਟਿਕਾ ਦਿੰਦੀ ਹੈ, ਬਖਸ਼ਿਸ਼ ਕਰ ਦਿੰਦੀ ਹੈ ਨਿੱਜ ਘਰ ਵਿੱਚ ਟਿਕਣ ਦੇ ਲਈ। ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਹੀਂ। ਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਮਾਲਕ ਪਰਮਾਤਮਾ ਦੇ ਸੱਚੇ ਨਾਮ ਦੀ ਕਰਾਮਾਤ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਕਰਾਮਾਤ ਨਹੀਂ। ਸਾਡੇ ਕੋਲ ਸਿਰਫ ਤੇ ਸਿਰਫ ਨਾਮ ਹੈ। ਉਹ ਸੱਚ ਸਦੀਵੀ ਹੋਂਦ ਦੇ ਨਾਲ ਜੁੜਨ ਦੇ ਲਈ ਤੈਨੂੰ ਸੱਚ ਹੋਣਾ ਪਵੇਗਾ, ਝੂਠ ਦਾ ਤਿਆਗ ਕਰਨਾ ਪਵੇਗਾ। ਜਦੋਂ ਸੱਚ ਹੋ ਗਿਆ, ਸੱਚ ਹੀ ਅਸਲ ਧਰਮ ਹੈ, ਝੂਠ ਧਰਮ ਨਹੀਂ, ਸੱਚ ਧਰਮ ਹੈ ਅਸਲੀ ਧਰਮ। ਸੱਚ ਦੇ ਨਾਲ ਜੁੜ ਜਾ, ਤੂੰ ਧਰਮੀ ਹੋ ਜਾਵੇਂਗਾ। ਜੇਕਰ ਇਕੱਲੇ ਪਹਿਰਾਵੇ ਪਹਿਨ ਕੇ ਸੋਚਦਾ ਵੀ ਤੂੰ ਧਰਮੀ ਹੋ ਜਾਵੇਂਗਾ, ਤਾਂ ਪਹਿਰਾਵੇ ਪਹਿਨ ਕੇ ਕਦੇ ਧਰਮੀ ਨਹੀਂ ਹੋਇਆ ਜਾਣਾ। ਕੰਨ ਪੜਾ ਕੇ ਧਰਮੀ ਨਹੀਂ ਹੋਇਆ ਜਾਣਾ। ਹੱਥ ਵਿੱਚ ਡੰਡਾ ਫੜ ਕੇ ਧਰਮੀ ਨਹੀਂ ਹੋਇਆ ਜਾਣਾ। ਮੋਢੇ ਦੇ ਵਿੱਚ ਵਗਲੀ ਪਾ ਕੇ ਧਰਮੀ ਨਹੀਂ ਹੋਇਆ ਜਾਣਾ। ਪਿੰਡੇ ਤੇ ਸਵਾਹ ਮਲ ਕੇ ਧਰਮੀ ਨਹੀਂ ਹੋਇਆ ਜਾਣਾ। ਮੱਥੇ ਉੱਤੇ ਟਿੱਕੇ ਲਾ ਕੇ, ਸਰੀਰ ਤੇ ਤਰ੍ਹਾਂ ਤਰ੍ਹਾਂ ਦੇ ਟਿੱਕੇ ਲਾ ਕੇ ਧਰਮੀ ਨਹੀਂ ਹੋਇਆ ਜਾਣਾ। ਸਰੀਰ ਉੱਤੇ ਕਕਾਰ ਪਹਿਨ ਕੇ ਧਾਰਨੀ ਨਹੀਂ ਹੋਇਆ ਜਾਣਾ, ਧਰਮੀ ਨਹੀਂ ਬਣਿਆ ਜਾਣਾ। ਜੇ ਧਰ ਕਿਉਂ? ਪਹਿਰਾਵਾ ਪਹਿਨਣਾ ਬਹੁਤ ਸੌਖਾ, ਧਰਮ ਧਾਰਨ ਕਰਨਾ ਅਸਲ ਦੇ ਵਿੱਚ ਬਹੁਤ ਸੌਖਾ। ਕੁਝ ਘੰਟਿਆਂ ਦੀ ਕਿਰਿਆ ਦੇ ਵਿੱਚ ਬੰਦਾ ਧਰਮੀ ਬਣ ਜਾਂਦਾ, ਪਰ ਅਸਲ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਆ ਧਰਮੀ ਅਪਣਾਉਣ ਦੇ ਵਿੱਚ, ਧਰਮ ਅਪਣਾਉਣ ਦੇ ਵਿੱਚ ਤੇ ਕਮਾਉਣ ਦੇ ਵਿੱਚ। ਧਰਮ ਕਮਾਉਣਾ ਬਹੁਤ ਜ਼ਰੂਰੀ ਹੈ ਅਪਣਾਉਣ ਦੇ ਨਾਲੋਂ। ਜੇਕਰ ਧਰਮ ਅਪਣਾਉਣ ਦੇ ਨਾਲੋਂ ਧਰਮ ਕਮਾਇਆ ਜਾਵੇ ਤਾਂ ਫਿਰ ਧਰਮ ਅਪਣਾਇਆ ਹੋਇਆ ਵੀ ਸ਼ੋਭਾ ਦਿੰਦਾ ਹੈ। ਜੇਕਰ ਇਕੱਲਾ ਧਰਮ ਅਪਣਾਇਆ ਹੋਇਆ ਰਹਿ ਜਾਵੇ, ਕਮਾਇਆ ਨਾ ਜਾਵੇ, ਫਿਰ ਉਹ ਵੀ ਅਧਰਮੀਆਂ ਦੇ ਵਿੱਚ ਹੀ ਲਿਖਿਆ ਜਾਵੇਗਾ। ਫਿਰ ਗੁਰੂ ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਬਚਨ ਕਰ ਦਿੱਤੇ, ਕਹਿੰਦੇ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ। ਸੱਚਾ ਸਤਿਗੁਰੂ ਵੀ ਉੱਥੇ ਕੀ ਕਰ ਸਕਦਾ ਹੈ ਜਦੋਂ ਸਿੱਖਾਂ ਦੇ ਵਿੱਚ ਹੀ ਚੂਕ ਹੈ, ਊਣਤਾਈ ਹੈ। ਬਸਤਰ ਪਹਿਰੋ ਅਗਨ ਕੈ, ਬਰਫ਼ ਹਿਮਾਲੇ ਮੰਦਰ ਛਾਈ। ਕਹਿੰਦੇ ਕੱਪੜੇ ਅੱਗ ਦੇ ਪਹਿਨਾ, ਹਿਮਾਲੇ ਵਿੱਚ ਬਰਫ਼ ਦੇ ਮੰਦਰ ਜਾ ਰਹਾ, ਹਿਮਾਲੇ ਵਿੱਚ ਵੜ ਜਾਵਾਂ, ਅੱਗ ਦੇ ਵਿੱਚ ਬੈਠ ਜਾਵਾਂ, ਪਰ ਹੋਵੇਗਾ ਕੀ? ਕਰੋ ਰਸੋਈ ਸਾਰ ਕੀ, ਅਗਲੀ ਧਰਤੀ ਨੱਥ ਚਲਾਈ। ਕਹਿੰਦੇ ਰਸੋਈ ਹੈ ਜਿਹੜੀ, ਸਾਰ ਹੈ ਜਿਹੜੀ, ਉਹ ਲੋਹੇ ਦੀ ਕਰਾਂ, ਧਰਤੀ ਨੂੰ ਨੱਥ ਪਾ ਕੇ ਚਲਾ ਲਵਾਂ, ਅੱਗੇ ਲਾ ਲਵਾਂ। ਏਵੜ ਕਰੀ ਬਿਥਾਰ, ਏਵੜ ਕਰੀ ਬਿਥਾਰ ਕਹੋ, ਸਗਲੀ ਧਰਤੀ ਹੱਕੀ ਜਾਈ। ਇੰਨਾ ਕਹਿੰਦੇ ਪਸਾਰਾ ਕਰ ਲਵਾਂ, ਸਾਰੀ ਧਰਤੀ ਨੂੰ ਹਿੱਕੀ ਤੁਰੀ ਚੱਲਾਂ, ਅੱਗੇ ਅੱਗੇ ਲਾਈ ਤੁਰੀ ਚੱਲਾਂ। ਤੋਲੀ ਧਰਤ ਆਕਾਸ ਦੋਏ, ਪਿੱਛੇ ਛਾਬੇ ਟੰਕ ਚੜਾਈ। ਕਹਿੰਦੇ ਇੱਕ ਤੱਕੜੀ ਦੇ ਵਿੱਚ
ਆਕਾਸ਼ ਤੇ ਧਰਤੀ ਨੂੰ ਰੱਖ ਲਵਾਂ, ਦੂਜੇ ਪਾਸੇ ਵੱਟਾ ਪਾ ਕੇ ਤੋਲ ਲਵਾਂ। ਇੰਨਾ ਮੇਰੇ ਵਿੱਚ ਜੋਸ਼ ਆ ਜਾਵੇ, ਐਡਾ ਵੱਡਾ ਹੋ ਜਾਵਾਂ ਵੀ ਧਰਤੀ ਤੇ ਆਕਾਸ਼ ਨੂੰ ਇੱਕ ਤੱਕੜੀ ਦੇ ਪਾਸੇ ਰੱਖ ਕੇ ਦੂਜੇ ਪਾਸੇ ਵੱਟੇ ਪਾ ਕੇ ਮੈਂ ਧਰਤੀ ਨੂੰ ਤੋਲਣ ਦੀ ਸਮਰੱਥਾ ਰੱਖਾਂ। ਇਹ ਬਲ ਰੱਖਾਂ ਆਪ ਵਿੱਚ, ਜਿਸ ਆਖਾਂ ਤੇ ਸਪਾਸ ਕਰਾਈ। ਕਹਿੰਦੇ ਇੰਨਾ ਬਲ ਮੈਂ ਆਪਣੇ ਵਿੱਚ ਰੱਖ ਲਵਾਂ ਕਿ ਜਿਸ ਨੂੰ ਆਖਾਂ ਉਸ ਕੋਲੋਂ ਕੁਛ ਵੀ ਕਰਵਾ ਚਾਹਾਂ, ਕੁਝ ਵੀ ਕਰਵਾ ਲਵਾਂ। ਮੇਰਾ ਬਚਨ ਕਿਸੇ ਮੋੜਨ ਦੇ ਵਿੱਚ ਨਾ ਆਵੇ, ਕੋਈ ਬਚਨ ਵੀ। ਪਰ ਕਹਿੰਦੇ ਸੱਚੇ ਨਾਮ ਤੋਂ ਬਿਨਾਂ, ਸਤਨਾਮ ਬਿਨ ਬਾਦਰਸ਼ਾਹੀ। ਫੇਰ ਵੀ ਕਹਿੰਦੇ ਇੰਨਾ ਤਾਕਤਵਰ, ਇੰਨਾ ਵੱਡਾ ਮਹਾਨ ਬਣਨ ਦੇ ਨਾਲ ਵੀ, ਏਡੀਆਂ ਵੱਡੀਆਂ ਕਰਾਮਾਤਾਂ ਕਰਨ ਦੇ ਨਾਲ ਵੀ, ਸੱਚੇ ਨਾਮ ਤੋਂ ਬਿਨਾਂ ਸਿਰਫ ਤੇ ਸਿਰਫ ਇਹ ਤਾਕਤਾਂ, ਕਰਾਮਾਤਾਂ ਇੱਕ ਬੱਦਲ ਦੀ ਛਾਂ ਵਰਗੀਆਂ ਹਨ, ਜਿਹੜੀਆਂ ਕੁਝ ਸਮੇਂ ਬਾਅਦ ਮਿਟ ਜਾਂਦੀਆਂ ਨੇ। ਸੱਚਾ ਨਾਮ ਹੈ, ਸਤਨਾਮ ਜਿਹੜਾ ਹੈ ਉਹ ਸਦੀਵੀ ਹੈ, ਕਦੇ ਖਤਮ ਨਹੀਂ ਹੁੰਦਾ। ਉਹ ਹਮੇਸ਼ਾ ਹੈ, ਹਮੇਸ਼ਾ ਸੀ ਤੇ ਹਮੇਸ਼ਾ ਰਹੇਗਾ। ਅਗਲੀ 44 ਨੰਬਰ ਪੌੜੀ ਦੇ ਵਿੱਚ ਮੁਲਤਾਨ ਦੀ ਗੱਲ ਭਾਈ ਗੁਰਦਾਸ ਜੀ ਨੇ ਲਿਖੀ ਹੈ। ਕੀ ਕਹਿੰਦੇ ਨੇ? ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਦੇਖੋ ਕਿੱਡੀ ਵੱਡੀ ਗੱਲ ਹੈ। ਅਸੀਂ ਚਾਹੁੰਦੇ ਹਾਂ ਕਿ ਕਿਸੇ ਨੂੰ ਹਥਿਆਰ ਦੇ ਨਾਲ ਹਰਾ ਦਈਏ। ਉਹ ਕੋਈ ਸਮਾਂ ਹੁੰਦਾ ਜੰਗਾਂ ਦਾ, ਯੁੱਧਾਂ ਦਾ, ਜਦੋਂ ਜ਼ੁਲਮ ਕਰਨ ਵਾਲਾ ਜ਼ੁਲਮੀ ਹੈ ਜਿਹੜਾ, ਉਹ ਇੰਨਾ ਕੁ ਹੰਕਾਰ ਜਾਵੇ ਕਿ ਉਹ ਸ਼ਬਦ ਨਾਲ ਨਾ ਜਿੱਤਿਆ ਜਾ ਸਕੇ ਤਾਂ ਫਿਰ ਉਸ ਨੂੰ ਹਥਿਆਰ ਨਾਲ ਜਿੱਤਿਆ ਜਾਂਦਾ ਹੈ। ਪਰ ਗੁਰੂ ਪਾਤਸ਼ਾਹ ਜੀ ਨੇ ਹਥਿਆਰ ਤੋਂ ਬਿਨਾਂ, ਜਿਹੜਾ ਕਲਮ ਰੂਪੀ ਹਥਿਆਰ ਹੈ, ਉਸ ਨਾਲ ਜਿੱਤਣ ਦੀ ਕੋਸ਼ਿਸ਼ ਕੀਤੀ। ਬਾਣੀ ਦਾ ਪਾਵਨ ਬਚਨ ਆਉਂਦਾ, ਬਹੁਤ ਪਿਆਰਾ ਬਚਨ ਹੈ ਵੀ ਵੱਡੇ ਵੱਡੇ ਹੰਕਾਰੀ, ਬਲੀ ਕਹਾਉਣ ਵਾਲੇ, ਹੰਕਾਰ ਦੇ ਵਿੱਚ ਜੀਵਨ ਜਿਉਣ ਵਾਲੇ, ਕਹਿੰਦੇ ਸ਼ਬਦ ਦੇ ਤੀਰ ਦੇ ਨਾਲ ਜਿੱਤੇ ਜਾਂਦੇ ਨੇ। ਬਾਣੀ ਦਾ ਮੁਬਾਰਕ ਬਚਨ ਹੈ, ਕਹਿੰਦੇ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਕੀ ਹੋਇਆ? ਜਦੋਂ ਇੱਕ ਬਾਣ ਵਾਹਿਆ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇ ਜੇ ਛੇਕ। ਸਤਿਗੁਰੂ ਸੂਰਮੇ ਨੇ ਗਿਆਨ ਦਾ ਤੀਰ ਹੀ ਐਸਾ ਕਲੇਜੇ ਵਿੱਚ ਮਾਰਿਆ ਕਿ ਮੈਂ ਨੀਵਾਂ ਹੋ ਕੇ ਡਿੱਗ ਪਿਆ, ਹੰਕਾਰ ਟੁੱਟ ਗਿਆ, ਚਕਨਾ ਚੂਰ ਹੋ ਗਿਆ। ਹੁਣ ਮੇਰੇ ਅੰਦਰ ਨਿਮਰਤਾ ਆ ਗਈ। ਇਹੀ ਗੱਲ ਸਿਖਾਈ ਸੀ ਨਾ, ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਬਸ ਆਵੀ ਕੰਤ। ਨਿਮਰਤਾ, ਖਿਮਾ, ਧੀਰਜ, ਹਲੀਮੀ ਆਪਣੇ ਅੰਦਰ ਲੈ ਕੇ ਆਉਣੀ। ਇਹਦੇ ਵਿੱਚ ਕਹਿੰਦੇ ਨੇ, ਕਹਿੰਦੇ ਸ਼ਬਦ ਦੇ ਨਾਲ ਸਿੱਧਾਂ ਦੇ ਅੰਦਰ ਸ਼ਾਂਤੀ ਵਰਤ ਗਈ। ਗੁਰੂ ਪਾਤਸ਼ਾਹ ਜੀ ਨੇ ਸਿੱਧਾਂ ਨਾਲ ਚਰਚਾ ਕੀਤੀ ਸੱਚੇ ਸ਼ਬਦ ਦੇ ਰਾਹੀਂ, ਤੇ ਉਸ ਸ਼ਬਦ ਦੇ ਨਾਲ ਸਿੱਧਾਂ ਦੇ ਅੰਦਰ, ਜੋਗੀਆਂ ਦੇ ਅੰਦਰ ਜਿਹੜੀ ਈਰਖਾ ਦੀ ਅੱਗ ਸੀ ਉਹ ਬੁਝ ਗਈ, ਮਿਟ ਗਈ। ਹੁਣ ਕੀ ਹੋਇਆ ਅੱਗੇ? ਜਿਣ ਮੇਲਾ ਸਿਵਰਾਤ ਦਾ, ਖੱਟ ਦਰਸ਼ਨ ਆਦੇਸ਼ ਕਰਾਈ। ਕਹਿੰਦੇ ਮੇਲਾ ਜਿਣ ਕੇ, ਜਿਣ ਦਾ ਅਰਥ ਹੁੰਦਾ ਜਿੱਤਣਾ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਵਰਾਤ ਦਾ, ਅਚਲ ਬਟਾਲੇ ਦਾ ਮੇਲਾ ਜਿੱਤ ਲਿਆ, ਭਾਵ ਕਿ ਜੋਗੀਆਂ ਨੂੰ ਜਿੱਤ ਲਿਆ। ਜਿੱਥੇ ਵੱਡੇ ਵੱਡੇ ਦਿਗੰਬਰ ਜੋਗੀ ਆਪਣੇ ਆਪ ਨੂੰ ਮਹਾਬਲੀ, ਸੂਰਮੇ, ਕਰਾਮਾਤੀ, ਤਾਕਤਾਂ ਵਾਲੇ ਕਹਾਉਣ ਵਾਲੇ, ਗੁਰੂ ਪਾਤਸ਼ਾਹ ਜੀ ਦੇ ਅੱਗੇ ਨਿਭ ਗਏ। ਖੱਟ ਦਰਸ਼ਨ, 6 ਦਰਸ਼ਨਾਂ ਵਾਲੇ, ਜਿਹੜੇ ਗੁਰੂ ਪਾਤਸ਼ਾਹ ਨੂੰ ਕਹਿੰਦੇ ਸੀ ਦਰਸ਼ਨ ਕਿਵੇਂ ਲੇਵੇ, ਦਰਸ਼ਨ ਇਹਵੇ ਬਾਲਾ, ਅੱਜ ਉਹ ਜਿਹੜੇ ਜੋਗ ਮੱਤ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲਿਆਉਣ ਨੂੰ ਫਿਰਦੇ ਸੀ, ਆਪ ਸ਼ਬਦ ਵਿੱਚ ਆ ਗਏ। ਉਹਨਾਂ ਤੋਂ ਨਮਸਕਾਰ ਕਰਾ ਦਿੱਤੀ। ਸਿੱਧ ਬੋਲਣ ਸ਼ੁਭ ਬਚਨ। ਹੁਣ ਸਿੱਧਾਂ ਨੇ ਮੁੱਖ ਦੇ ਉੱਤੋਂ ਇੱਕ ਸੋਹਣਾ ਬਚਨ ਬੋਲਿਆ, ਸ਼ੁਭ, ਚੰਗਾ ਬਚਨ ਬੋਲਿਆ। ਕੀ? ਭਾਈ ਗੁਰਦਾਸ ਜੀ ਕਹਿੰਦੇ ਧੰਨ ਨਾਨਕ ਤੇਰੀ ਵੱਡੀ ਕਮਾਈ। ਸਾਰੇ ਸਿੱਧ ਇਹ ਸ਼ੁਭ ਬਚਨ ਆਖਣ ਲੱਗੇ, ਨਿਵ ਕੇ
ਸੀਸ ਨਿਭਾ ਕੇ ਹੱਥ ਜੋੜ ਕੇ ਕਹਿੰਦੇ, ਨਾਨਕ ਜੀ ਧੰਨ ਹੋ, ਤੁਹਾਡੀ ਵੱਡੀ ਕਮਾਈ ਹੈ। ਕਮਾਈ ਕਾਹਦੀ? ਸ਼ਬਦ ਦੀ। ਗੁਰੂ ਪਾਤਸ਼ਾਹ ਜੀ ਨੇ ਕੋਈ ਅੱਗ ਦੇ ਵਿੱਚ ਬਹਿ ਕੇ ਤਪ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਈ ਪਰਬਤ ਦੇ ਚੋਟੀ ਦੇ ਉੱਤੇ ਜਾ ਕੇ ਆਪਣਾ ਘਰ ਨਹੀਂ ਵਸਾਇਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤਾ ਧਨ ਇਕੱਠਾ ਨਹੀਂ ਕੀਤਾ। ਗੁਰੂ ਪਾਤਸ਼ਾਹ ਜੀ ਨੇ ਗੁਫਾ ਦੇ ਵਿੱਚ ਬਹਿ ਕੇ ਆਸਣ ਨਹੀਂ ਲਾਇਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਰ ਤੇ ਸਵਾਹ ਨਹੀਂ ਪਾਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜੰਗਲਾਂ ਦੇ ਵਿੱਚ ਵਾਸਾ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਰਫ ਤੇ ਸਿਰਫ ਭਾਉ ਭਗਤ ਸੰਗ ਤਾੜੀ ਲਾਈ ਦੀ ਗੱਲ ਕੀਤੀ ਹੈ, ਪ੍ਰੇਮਾ ਭਗਤੀ ਨਾਮ ਦੇ ਵਿੱਚ। ਤੇ ਉਸ ਨਾਮ ਦੀ ਭਗਤੀ ਦੇ ਅੱਗੇ ਬਾਕੀ ਸਭ ਕੁਝ ਫੇਲ ਹੋ ਜਾਂਦਾ ਹੈ। ਸਿਰਫ ਸ਼ਬਦ ਦੇ ਨਾਲ ਹੀ ਏਡੇ ਵੱਡੇ ਜੋਗੀਆਂ ਨੂੰ ਜਿੱਤ ਲਿਆ। ਤੇ ਚੇਤਾ ਰੱਖਿਓ, ਜੇਕਰ ਸਾਡੇ ਅੰਦਰ ਅੱਜ ਵੀ ਗੁਰਮਤਿ ਗਿਆਨ ਪ੍ਰਚਾਰ ਪ੍ਰਸਾਰ ਦੀ ਭਾਵਨਾ ਸ਼ੁੱਧ ਹੈ ਤਾਂ ਅਸੀਂ ਵੀ ਅੱਜ ਸਾਰੀ ਦੁਨੀਆ ਨੂੰ, ਇਕੱਲੇ ਪੰਜਾਬ ਨੂੰ ਨਹੀਂ, ਭਾਰਤ ਨੂੰ ਨਹੀਂ, ਇੱਕ ਅੱਧੀ ਸਟੇਟ, ਸੂਬੇ, ਸ਼ਹਿਰ, ਪਿੰਡ ਨੂੰ ਨਹੀਂ, ਅੱਜ ਵੀ ਅਸੀਂ ਪੂਰਨ ਭਰੋਸਾ ਸ਼ਬਦ ਤੇ ਗੁਰੂ ਗ੍ਰੰਥ ਪਾਤਸ਼ਾਹ ਜੀ ਦੀ ਬਾਣੀ ਨੂੰ ਮੁੱਖ ਰੱਖ ਕੇ ਚੱਲ ਕੇ ਹੀ ਅਸੀਂ ਇਸ ਸੰਸਾਰ ਨੂੰ ਅੱਜ ਵੀ ਗਿਆਨ ਦੇ ਕੇ ਗੁਰੂ ਵਾਲਾ ਬਣਾ ਸਕਦੇ ਹਾਂ। ਕਿਉਂਕਿ ਗੁਰਬਾਣੀ ਯੂਨੀਵਰਸਲ ਟਰੁੱਥ ਹੈ, ਸੱਚ ਹੈ, ਵਿਸ਼ਵ ਵਿਆਪੀ ਸੱਚ ਹੈ। ਜਿਹੜਾ ਇੱਥੇ ਪੰਜਾਬ ਦੇ ਵਿੱਚ ਸੱਚ ਹੈ ਉਹੀ ਸੱਚ ਹਰ ਜਗ੍ਹਾ ਤੇ ਸੱਚ ਹੈ। ਉਹ ਇਹ ਨਹੀਂ ਕਿ ਕਿਸੇ ਦੇਸ਼ ਦੇ ਬਦਲਣ ਦੇ ਕਰਕੇ ਦੂਜੇ ਦੇਸ਼ ਵਿੱਚ ਜਾਣ ਕਰਕੇ ਸੱਚ ਬਦਲ ਜਾਵੇਗਾ। ਸੱਚ ਸੱਚ ਹੈ। ਇੱਕ ਨਸਲ ਤੋਂ ਦੂਜੀ ਨਸਲ ਦੇ ਵਿੱਚ ਜਾਣ ਦੇ ਨਾਲ ਸੱਚ ਬਦਲ ਜਾਵੇਗਾ, ਨਹੀਂ, ਸੱਚ ਹੈ। ਇੱਕ ਮਜ਼ਹਬ ਦੇ ਲੋਕਾਂ ਚੋਂ ਦੂਜੇ ਮਜ਼ਹਬ ਦੇ ਲੋਕਾਂ ਦੇ ਵਿੱਚ ਦੱਸਣ ਦੇ ਲਈ ਸੱਚ ਬਦਲ ਜਾਵੇਗਾ, ਨਹੀਂ, ਸੱਚ ਸੱਚ ਹੈ। ਰੂਪ, ਰੰਗ, ਨਸਲ, ਭੇਦ ਭਾਵ ਇਹਨਾਂ ਧਰਮਾਂ ਮਜ਼ਹਬਾਂ ਦੀ ਘੇਰਾਬੰਦੀ ਤੋਂ ਅੱਗੇ ਜਾ ਕੇ ਸੱਚ ਸੱਚ ਹੀ ਹੈ, ਕਦੇ ਬਦਲਦਾ ਨਹੀਂ। ਯੂਨੀਵਰਸਲ ਹੈ, ਵਿਸ਼ਵ ਵਿਆਪੀ ਸੱਚ ਹੈ। ਹਰ ਸਮੇਂ ਇੱਕੋ ਜਿਹਾ ਹੈ, ਹਰ ਥਾਂ ਉੱਤੇ ਇੱਕੋ ਜਿਹਾ, ਹਰ ਸਮੇਂ ਦੇ ਵਿੱਚ, ਹਰ ਥਾਂ ਉੱਤੇ, ਹਰੇਕ ਬੋਲੀ ਦੇ ਵਿੱਚ ਸੱਚ ਸੱਚ ਹੀ ਹੈ। ਜਿਵੇਂ ਪਾਣੀ ਪਾਣੀ ਹੀ ਹੈ, ਚਾਹੇ ਉਹਨੂੰ ਕੋਈ ਵਾਟਰ ਕਹਿ ਲਵੇ, ਚਾਹੇ ਕੋਈ ਜਲ ਕਹਿ ਲਵੇ, ਨੀਰ ਕਹਿ ਲਵੇ, ਆਬ ਕਹਿ ਲਵੇ। ਸ਼ਬਦ ਬੋਲੀ ਦੇ ਆਧਾਰਿਤ ਕੋਈ ਵੀ ਹੋ ਸਕਦਾ, ਪਰ ਹੈ ਪਾਣੀ ਹੀ ਪਾਣੀ। ਉਹਦਾ ਮੂਲ ਹੈ ਕਿ ਪਾਣੀ ਨੇ ਪਿਆਸ ਬੁਝਾਉਣੀ ਹੈ, ਕੋਈ ਪਾਣੀ ਮੰਗ ਲਵੇ ਕਹਿ ਕੇ, ਕੋਈ ਵਾਟਰ ਕਹਿ ਕੇ ਮੰਗ ਲਵੇ, ਕੋਈ ਜਲ, ਕੋਈ ਨੀਰ, ਕੋਈ ਆਬ ਕਹਿ ਕੇ ਮੰਗ ਲਵੇ, ਉਹਦੇ ਅੰਦਰ ਦੀ ਜਿਹੜੀ ਪਿਆਸ ਦੀ ਅੱਗ ਹੈ ਉਹ ਬੁਝਾ ਦੇਣੀ ਹੈ। ਸੱਚ ਇਸੇ ਕਰਕੇ ਯੂਨੀਵਰਸਲ ਹੈ। ਇਸ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਪਵੇਗਾ, ਫਿਰ ਸਾਡੇ ਉੱਤੇ ਵੀ ਇਹ ਰਹਿਮਤ ਹੋਊਗੀ। ਅਸੀਂ ਸਤਿਗੁਰੂ ਗਿਆਨ ਦੀ ਕਿਰਪਾ ਦੇ ਸਦਕਾ ਹੀ ਇਸ ਸੰਸਾਰ ਦੇ ਵਿੱਚ ਸੱਚੇ ਨਾਮ, ਬਾਣੀ, ਬਾਣੇ ਦਾ ਬੋਲਬਾਲਾ ਵਧਾ ਸਕਦੇ ਹਾਂ, ਅਪਣਾ ਸਕਦੇ ਹਾਂ, ਦੂਜਿਆਂ ਨੂੰ ਸਿਖਾ ਸਕਦੇ ਹਾਂ। ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਸਿੱਧ ਕਹਿਣ ਲੱਗੇ, ਨਾਨਕ ਜੀ ਤੁਸੀਂ ਧੰਨ ਹੋ, ਤੁਸੀਂ ਇਸ ਸੰਸਾਰ ਦੇ ਅੰਦਰ, ਕਲਯੁਗੀ ਸੰਸਾਰ ਦੇ ਅੰਦਰ ਵੱਡੇ ਪੁਰਖ ਪ੍ਰਗਟ ਹੋਏ ਹੋ, ਜ਼ਾਹਰ ਹੋਏ ਹੋ। ਸਾਰੇ ਸਤਨਾਮ ਦੀ ਤੁਸੀਂ ਜੋਤ ਜਗਾ ਦਿੱਤੀ ਹੈ। ਚੇਤਾ ਰੱਖਿਓ, ਗੁਰਸਾਖੀ ਜੋਤ ਪ੍ਰਗਟ ਹੋਈ। ਜੋਤ ਸਭਨਾਂ ਵਿੱਚ ਆ, ਪਰ ਸੱਚੇ ਗੁਰੂ ਗਿਆਨ ਦੀ ਕਿਰਪਾ ਦੇ ਸਦਕਾ ਹੀ ਉਹ ਜਿਹੜੀ ਸਾਖੀ ਹੈ ਉਹ ਪ੍ਰਗਟ ਹੁੰਦੀ ਹੈ। ਜੋਤ ਹੈ ਉਹ ਪ੍ਰਗਟ ਹੁੰਦੀ ਹੈ ਸੱਚੇ ਸਤਿਗੁਰੂ ਦੀ ਸਿੱਖਿਆ ਦੇ ਨਾਲ। ਮੇਲਿਓਂ ਬਾਬਾ ਉੱਠਿਆ। ਹੁਣ ਅਚਲ ਬਟਾਲੇ ਦੀ ਧਰਤੀ ਉੱਤੋਂ ਗੁਰੂ ਪਾਤਸ਼ਾਹ ਜੀ ਉੱਠੇ ਨੇ, ਮੁਲਤਾਨੇ ਦੀ ਯਾਰਤ ਜਾਈ, ਮੁਲਤਾਨ ਦੀ ਯਾਤਰਾ ਨੂੰ ਚਲੇ ਗਏ। ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲਿਆਈ। ਇਤਿਹਾਸ ਨੇ ਗੱਲ ਮੰਨੀ ਹੈ ਕਿ ਜਦੋਂ ਗੁਰੂ ਪਾਤਸ਼ਾਹ ਜੀ ਮੁਲਤਾਨ ਦੇ ਵਿੱਚ ਗਏ ਤਾਂ ਉਹਨਾਂ ਨੇ ਕਟੋਰਾ ਦੁੱਧ ਦਾ ਭਰ ਲੈ ਜਾਂਦਾ। ਕਟੋਰਾ ਦੁੱਧ ਭਰਨ ਦਾ ਅਰਥ ਸੀ ਵੀ ਬਾਬਾ ਤੂੰ ਇੱਧਰ ਕਿੱਧਰ ਤੁਰਿਆ ਆਉਣਾ ਹੈ। ਇਸ ਸ਼ਹਿਰ ਮੁਲਤਾਨ ਦੇ ਵਿੱਚ ਤਾਂ ਪਹਿਲਾਂ ਹੀ ਪੀਰ ਫਕੀਰ, ਵੱਡੇ ਵੱਡੇ ਦਿਗੰਬਰ, ਜੋਗੀ, ਸਿੱਧ ਪਹੁੰਚੀਆਂ ਹੋਈਆਂ ਸ਼ਖਸੀਅਤਾਂ, ਹਸਤੀਆਂ ਰਹਿੰਦੀਆਂ ਨੇ। ਤੂੰ ਇੱਥੇ ਕੀ ਕਰਨਾ ਆ?
ਦੁੱਧ ਲਿਆਉਣ ਦਾ ਮਤਲਬ ਇਹ ਸੀ ਵੀ ਇਹ ਨਕਾ ਨਕ ਭਰਿਆ ਹੋਇਆ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਕੀ ਕੀਤਾ, ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਗਲ ਤੋਂ ਚੰਬੇਲੀ ਦਾ ਫੁੱਲ ਕੱਢਿਆ ਤੇ ਦੁੱਧ ਉੱਤੇ ਰੱਖ ਦਿੱਤਾ। ਭਾਵ ਸੀ ਕਿ ਇੰਨੇ ਸਾਰੇ ਇੱਥੇ ਮਹਾਨ ਹੋਣ ਦੇ ਬਾਵਜੂਦ ਵੀ ਤੁਸੀਂ ਕਹਿੰਦੇ ਨੱਕਾ ਨੱਕ ਭਰਿਆ। ਕਹਿੰਦੇ ਚਮੇਲੀ ਦੇ ਫੁੱਲ ਦੀ ਜਿਹੜੀ ਖੁਸ਼ਬੂ ਇਹ ਦੁੱਧ ਵਿੱਚ ਘੁਲ ਜਾਣੀ ਹੈ। ਚੰਬੇਲੀ ਨੂੰ ਫੁੱਲ ਵੀ ਕਿਹਾ ਗਿਆ। ਅਰਥਾਂ ਦੇ ਵਿੱਚ ਕਈ ਥਾਵਾਂ ਉੱਤੇ ਮਿੱਠੇ ਦਾ ਜ਼ਿਕਰ ਵੀ ਕੀਤਾ, ਵੀ ਜਿਵੇਂ ਮਿੱਠਾ ਦੁੱਧ ਦੇ ਵਿੱਚ ਘੁਲ ਜਾਂਦਾ, ਨਾ ਉਹਨੂੰ ਡੁੱਲਣ ਦਿੰਦਾ, ਨਾ ਵਧਣ ਦਿੰਦਾ, ਨਾ ਘਟਣ ਦਿੰਦਾ। ਕਹਿੰਦੇ ਇੱਦਾਂ ਹੀ ਗੁਰਬਾਣੀ ਸ਼ਬਦ ਹੈ ਜਿਹੜਾ ਉਹ ਸਾਰੇ ਮੁਲਤਾਨ ਦੇ ਵਿੱਚ ਇੱਦਾਂ ਘੁਲ ਜਾਣਾ ਹੈ, ਚਮੇਲੀ ਦੇ ਫੁੱਲ ਦੀ ਖੁਸ਼ਬੂ ਵਾਂਗੂ ਫੈਲ ਜਾਣਾ ਹੈ। ਜਿਉਂ ਸਾਗਰ ਵਿੱਚ ਗੰਗ ਸਮਾਈ, ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਛੋਟੀਆਂ ਨਦੀਆਂ ਆ ਕੇ ਮਿਲ ਜਾਂਦੀਆਂ ਹਨ, ਇਵੇਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਗਿਆਨ ਅਥਾਹ ਸਮੁੰਦਰ ਹੈ, ਜਿਹਦੇ ਵਿੱਚ ਛੋਟੀਆਂ ਛੋਟੀਆਂ ਨਦੀਆਂ ਨਾਲੇ ਬਹਿਣ ਨੇ ਜਿਹੜੇ ਉਹ ਆ ਕੇ ਇੱਕ ਹੋ ਜਾਂਦੇ ਨੇ, ਮਿਲ ਜਾਂਦੇ ਨੇ। ਚੇਤਾ ਰੱਖਿਓ, ਬਾਣੀ ਗੁਰੂ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਨੇ ਜਿੱਥੇ ਸਾਨੂੰ ਉਪਦੇਸ਼ ਬਖਸ਼ਿਆ ਹੈ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਕਹਿੰਦੇ ਹੇ ਪਾਂਡੇ ਸੁਣ, ਤੂੰ ਕੀ ਆਲ ਜੰਜਾਲ ਲਿਖ ਰਿਹਾ ਹੈ, ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਰਿਹਾ ਹੈ। ਇਹਨਾਂ ਵਹਿਮਾਂ ਭਰਮਾਂ ਨੂੰ ਛੱਡ ਕੇ ਤੂੰ ਲਿਖ। ਕੀ ਲਿਖਣਾ? ਰਾਮ ਨਾਮ, ਉਸ ਸੱਚੇ ਮਾਲਕ ਜਿਹੜਾ ਹਰ ਥਾਂ ਉੱਤੇ ਰਮਿਆ ਹੋਇਆ ਉਹਦਾ ਨਾਮ ਲਿਖ। ਕੀ ਲਿਖ? ਗੁਰਮੁਖ ਗੋਪਾਲਾ, ਗੋਪਾਲ ਜਿਹੜਾ ਧਰਤੀ ਦਾ ਪਾਲਣਹਾਰਾ ਹੈ, ਗੁਰੂ ਵੱਲ ਮੁਖ ਕਰਕੇ ਉਹ ਲਿਖ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਹੋਏ। ਸੱਚੇ ਸ਼ਬਦ ਤੋਂ ਬਿਨਾ ਮੁਕਤ ਨਹੀਂ ਹੋਇਆ ਜਾ ਸਕਦਾ। ਸਤਿਗੁਰੂ ਰਹਿਮਤ ਕਰਨ। ਰਹਿੰਦੀਆਂ ਆਪਾਂ ਭਾਈ ਗੁਰਦਾਸ ਦੀਆਂ ਸੰਖੇਪ ਵਿਚਾਰਾਂ ਜਿਹੜੀਆਂ ਵਾਰਾਂ ਦੀਆਂ ਕੀਤੀਆਂ ਨੇ, ਕੋਸ਼ਿਸ਼ ਕਰਨੀ ਇਹਨਾਂ ਨੂੰ ਹੋਰ ਅੱਗੇ ਆਪ ਸੰਗਤਾਂ ਵੱਧ ਤੋਂ ਵੱਧ ਖੋਜੋ, ਵਿਚਾਰ ਕਰੋ। ਜਿੱਥੇ ਹੁਣ ਸਾਰਾ ਸੰਸਾਰ ਚਾਰੇ ਪਾਸਿਆਂ ਤੋਂ ਬੰਦ ਪਿਆ ਹੈ, ਸਾਡੇ ਕੋਲੇ ਵਾਧੂ ਸਮਾਂ ਹੀ ਸਮਾਂ ਹੈ। ਅਸੀਂ ਹੁਣ ਬੈਠ ਕੇ ਬਾਣੀ ਨੂੰ ਵਿਚਾਰ ਸਕਦੇ ਹਾਂ, ਪੜ੍ਹ ਸਕਦੇ ਹਾਂ, ਖੋਜ ਕਰ ਸਕਦੇ ਹਾਂ। ਸਾਨੂੰ ਖੋਜਣ ਦੀ ਲੋੜ ਹੈ। ਅਸੀਂ ਉਸ ਨੂੰ ਖੋਜ ਕੇ ਆਪਣੇ ਜੀਵਨ ਦਾ ਇੱਕ ਵੱਡਾ ਹਿੱਸਾ, ਜ਼ਿੰਦਗੀ ਦਾ ਯੋਗਦਾਨ ਪਾ ਸਕਦੇ ਹਾਂ, ਤਾਂ ਕਿ ਸਾਡਾ ਇਹ ਕੀਤਾ ਹੋਇਆ ਜਿਹੜਾ ਸਫ਼ਰ ਹੈ ਜ਼ਿੰਦਗੀ ਦਾ ਸਫਲਾ ਹੋ ਸਕੇ। ਪਹਿਲਾਂ ਕੰਮਾਂ ਕਾਰਾਂ ਦੇ ਵਿੱਚ ਹੋਣ ਕਰਕੇ ਆਮ ਸਵਾਲ ਹੁੰਦਾ ਸੀ ਕਿ ਅਸੀਂ ਕੰਮਾਂ ਕਾਰਾਂ ਵਿੱਚ ਬਿਜੀ ਰਹਿੰਦੇ ਹਾਂ, ਸਾਡੇ ਕੋਲੇ ਬਾਣੀ ਪੜ੍ਹਨ ਸੁਣਨ ਦਾ ਸਮਾਂ ਨਹੀਂ, ਅਸੀਂ ਕੰਮ ਕਰੀਏ ਕਿ ਬਾਣੀ ਪੜ੍ਹੀਏ। ਹੁਣ ਤਾਂ ਖੇਡ ਹੀ ਇਹ ਵਰਤ ਗਈ ਹੈ ਕਿ ਕੰਮ ਧੰਦੇ ਸਭ ਬੰਦ ਨੇ ਪੂਰੇ ਸੰਸਾਰ ਦੇ ਵਿੱਚ, ਤੇ ਪਰ ਫਿਰ ਵੀ ਬਹੁਤ ਸਿੰਘਾਂ ਦੇ ਬਾਹਰੋਂ ਫੋਨ ਕੰਟੈਕਟ ਹੁੰਦੇ ਰਹਿੰਦੇ ਨੇ, ਤੇ ਉਹ ਦੱਸਦੇ ਨੇ ਕਿ ਉਹ ਲਗਾਤਾਰ ਗੱਡੀਆਂ ਟਰੱਕ ਚਲਾਉਂਦੇ ਨੇ, ਤੇ ਟਰੱਕ ਚਲਾਉਂਦੇ ਵੀ ਗੱਡੀ ਦੇ ਵਿੱਚ ਆਪਣੇ ਗੁਰਬਾਣੀ ਲਾ ਕੇ ਸੁਣਦੇ ਰਹਿੰਦੇ ਨੇ, ਕਥਾ ਸੁਣਦੇ ਰਹਿੰਦੇ ਨੇ, ਵਿਚਾਰ ਸੁਣਦੇ ਰਹਿੰਦੇ ਨੇ, ਇਤਿਹਾਸ ਸੁਣਦੇ ਰਹਿੰਦੇ ਨੇ। ਸੋ ਜਿਹੜੇ ਵੀਰ ਹੋਰ ਕੰਮ ਕਰਦੇ ਨੇ ਅੱਜ ਉਹ ਬਿਲਕੁਲ ਵਿਹਲੇ ਹਨ। ਸੋ ਉਹਨਾਂ ਨੂੰ ਜ਼ਰੂਰੀ ਹੈ ਕਿ ਉਹ ਵੀ ਆਪਣਾ ਸਮਾਂ ਵੱਧ ਤੋਂ ਵੱਧ ਬਾਣੀ ਦੇ ਵਿੱਚ ਲਾ ਕੇ ਸਮੇਂ ਨੂੰ ਸਫਲਾ ਕਰਨ, ਤਾਂ ਕਿ ਸਾਡਾ ਆਇਆ ਹੋਇਆ ਇਸ ਸੰਸਾਰ ਦੇ ਵਿੱਚ ਸਫਲਾ ਹੋ ਸਕੇ। ਅਸੀਂ ਵੀ ਉਹਨਾਂ ਦੀ ਲਾਈਨ ਵਿੱਚ ਆ ਸਕੀਏ ਜਿਹੜੇ ਗੁਰਮੁਖ ਲਾਹਾ ਲੈ ਗਏ। ਕਿਤੇ ਅਸੀਂ ਮਨਮੁੱਖਾਂ ਵਾਲੀ ਲਾਈਨ 'ਚ ਨਾ ਜਾਈਏ। ਗੁਰੂ ਪਾਤਸ਼ਾਹ ਜੀ ਕਹਿੰਦੇ ਮਨਮੁੱਖ ਚੱਲੇ ਮੂਲ ਗਵਾਏ ਜੀਓ। ਕਹਿੰਦੇ ਮਨਮੁੱਖ ਆਪਣਾ ਮੂਲ ਵੀ ਗਵਾ ਕੇ ਚਲੇ ਗਏ। ਅਸੀਂ ਉਹਨਾਂ ਵਿੱਚ ਆਈਏ ਜਿਨ੍ਹਾਂ ਨੇ ਆਪਣਾ ਸਮਾਂ ਗੁਰਮਤਿ ਦੇ ਨਾਲ ਜੋੜ ਕੇ ਲਾਹਾ ਲੈ ਕੇ ਸੰਸਾਰ ਦੇ ਵਿੱਚੋਂ ਗਏ ਨੇ। ਸੋ ਕੱਲ੍ਹ ਦੀ ਜਿਹੜੀ ਵਿਚਾਰ ਹੈ ਉਹ ਗ੍ਰਸਤ ਗੁਰਮਤਿ ਤੇ ਯੋਗ ਮਤ ਦੇ ਵਿੱਚ ਕੀ ਹੈ। ਇਹਦੇ ਨਾਲ ਨਾਲ ਕੱਲ੍ਹ ਨੂੰ ਸਿੱਧ ਗੋਸ਼ਟ ਬਾਣੀ ਦੀ ਜਿਹੜੀ ਪਹਿਲੀ ਪੌੜੀ ਹੈ ਉਹਨੂੰ ਆਪਾਂ ਵਿਚਾਰਨ ਦਾ ਸੀਮਿਤ ਸਮੇਂ ਵਿੱਚ ਯਤਨ ਕਰਾਂਗੇ। ਸੋ ਇੰਨੀਆਂ ਕੁ ਵਿਚਾਰਾਂ ਆਪ ਸੰਗਤਾਂ ਦੇ ਹਜ਼ੂਰੀ ਵਿੱਚ ਰੱਖੀਆਂ, ਭੁੱਲਾਂ ਨਾ ਚਿਤਾਰਨੀਆਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ